Hello class, let's start with the chapter 13 that is direct and inverse proportion. So सब ਤੋਂ ਪਹਿਲਾਂ ਆਪਾਂ ਇਹਦੇ ਚ ਇੰਟਰੋਡਕਸ਼ਨ ਦੇਖਦੇ ਹਾਂ direct proportion ਦੀ. So direct proportion ਕੀ ਹੁੰਦਾ ਆ? ਇੱਕ ਚੀਜ਼ ਦੀ ਵੈਲਿਊ ਵਧਣ ਦੇ ਨਾਲ ਜਦੋਂ ਦੂਜੀ ਚੀਜ਼ ਵੀ ਇਨਕਰੀਜ਼ ਕਰਦੀ ਹੈ ਤਾਂ ਉਹ ਹੁੰਦਾ direct proportion. So let ਕਰਦੇ ਹਾਂ x and y ਕੋਈ ਦੋ ਵੇਰੀਏਬਲਸ ਨੇ, ਠੀਕ ਹੈ. ਹੁਣ ਇਹਦੇ ਵਿੱਚ ਅਗਰ x ਦੀ ਵੈਲਿਊ ਇਨਕਰੀਜ਼ ਕਰੂਗੀ ਤਾਂ y ਦੀ ਵੈਲਿਊ ਵੀ ਇਨਕਰੀਜ਼ ਕਰੂਗੀ ਅਗਰ ਉਹ direct proportion ਦੇ ਵਿੱਚ ਹੋਣਗੇ. ਐਗਜ਼ਾਮਪਲ ਲੈਣੇ ਆ, ਅਗਰ ਇੱਕ ਕਾਰ ਟਰੈਵਲ ਕਰਦੀ ਪਈ ਆ ਤਾਂ ਉਹਦਾ ਟਾਈਮ ਐਂਡ ਡਿਸਟੈਂਸ ਆਪਾਂ ਦੇਖਦੇ ਆ ਕੀ ਹੋਊਗਾ. ਲੈਟ ਕਰ ਲੈਣੇ ਆ ਟਾਈਮ ਹੈ x, ਡਿਸਟੈਂਸ ਹੈ y. ਸੋ ਟਾਈਮ ਅਗਰ ਲੱਗਦਾ ਪਿਆ 10 ਮਿੰਟ ਦੇ ਵਿੱਚ 1 ਕਿਲੋਮੀਟਰ ਡਿਸਟੈਂਸ ਉਹ ਕਵਰ ਕਰਦੀ ਪਈ ਆ, 20 ਮਿੰਟਸ ਚ ਕਿੰਨਾ ਹੋਊਗਾ? 2 ਕਿਲੋਮੀਟਰ. 30 ਮਿੰਟਸ 3 ਕਿਲੋਮੀਟਰ. 40 ਮਿੰਟਸ ਦੇ ਵਿੱਚ 4 ਕਿਲੋਮੀਟਰ. ਅਗਰ ਇਹ ਆਪਾਂ ਨੂੰ ਦਿੱਤਾ ਹੋਇਆ x ਦੀ ਵੈਲਿਊ y ਦੀ ਵੈਲਿਊ, ਹੁਣ ਆਪਾਂ ਕੀ ਦੇਖ ਰਹੇ ਆ? x ਦੀ ਵੈਲਿਊ ਇਨਕਰੀਜ਼ ਕਰਨ ਦੇ ਨਾਲ y ਵੀ ਇਨਕਰੀਜ਼ ਕਰਦਾ ਪਿਆ. ਡੈਟ ਮੀਨਸ ਅਗਰ 10 ਮਿੰਟ 'ਚ 1 ਕਿਲੋਮੀਟਰ ਕਵਰ ਕਰਦੀ ਪਈ ਤਾਂ 20 ਮਿੰਟ 'ਚ 2 ਹੋ ਗਏ, 30 ਮਿੰਟ 'ਚ 3 ਹੋ ਗਏ, 40 'ਚ 4 ਕਿਲੋਮੀਟਰ ਹੋ ਗਏ. ਡੈਟ ਮੀਨਸ x ਦੀ ਵੈਲਿਊ ਅਗਰ ਇਨਕਰੀਜ਼ ਕਰਦੀ ਪਈ ਆ ਤਾਂ y ਦੀ ਵੈਲਿਊ ਵੀ ਇਨਕਰੀਜ਼ ਕਰਦੀ ਪਈ ਆ. ਮਤਲਬ ਇਹ ਜੋ x ਐਂਡ y ਆ ਉਹ ਕੀ ਹੈ? ਡਾਇਰੈਕਟ ਪ੍ਰੋਪੋਰਸ਼ਨ ਦੇ ਵਿੱਚ ਪਏ ਨੇ. ਸੋ ਅਗਰ ਆਪਾਂ ਇਹਨਾਂ ਦਾ ਦੇਖੀਏ, ਹੁਣ रेशियो देखिए तो की आउ 10/1 which is equals to 10, then 20/2 which is equals to 10, 30/3 which is equals to 10, 40/4 which is also is equals to 10. That means ये वैल्यू क्या आ रही है? अपनी कांस्टेंट आ रही है. सो आप इस इक्वेशन में इस तरीके से लिख सकते हैं x by y is equals to k which is known as constant. That means x and y ਦੀ ਰੇਸ਼ੀਓ ਜੋ ਸੀ ਆਪਣੀ ਉਹ ਕਾਂਸਟੈਂਟ ਆ ਰਹੀ ਹੈ, ਸੇਮ ਹੀ ਆ ਰਹੀ ਹੈ. That means ਹੁਣ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? x is equals to y, ਉਧਰ ਗਿਆ ਕੀ ਇਹ ਬਣ ਗਿਆ ky. ਇਹ ਆਪਣੀ ਇਕੁਏਸ਼ਨ ਬਣੀ ਡਾਇਰੈਕਟ ਪ੍ਰੋਪੋਰਸ਼ਨ ਦੀ. ਮਤਲਬ ਕਿ x ਇਨਕਰੀਜ਼ ਕਰਨ ਦੇ ਨਾਲ x ਦੀ ਵੈਲਿਊ ਜਿੰਨੀ ਵੀ ਇਨਕਰੀਜ਼ ਕਰੂ ਉਹਦੇ ਨਾਲ y ਦੀ ਵੈਲਿਊ ਵੀ ਇਨਕਰੀਜ਼ ਹੀ ਕਰੂਗੀ. That means x and y ਇਹਦੇ ਵਿੱਚ ਕੀ ਨੇ? ਡਾਇਰੈਕਟਲੀ ਪ੍ਰੋਪੋਰਸ਼ਨ ਹੈਗੇ ਨੇ. ਸੋ ਆਪਾਂ ਹੁਣ ਦੇਖਦੇ ਆ ਐਕਸਰਸਾਈਜ਼ 13.1 ਜਿਹਦੇ ਵਿੱਚ ਡਾਇਰੈਕਟਲੀ ਪ੍ਰੋਪੋਰਸ਼ਨ ਦੀ ਗੱਲ ਕੀਤੀ ਗਈ ਹੈ, ਉਸ ਦੇ ਅਕੋਰਡਿੰਗ ਆਪਾਂ ਸਮ ਸੋਲਵ ਕਰਦੇ ਆ. 13.1 ਦਾ ਰਾਜੇ ਫਰਸਟ ਸਮ ਦੇਖੋ. ਫੋਲੋਇੰਗ ਆਰ ਦੀ ਕਾਰ ਪਾਰਕਿੰਗ ਚਾਰजेस ਨੀਅਰ ਅ ਰੇਲਵੇ ਸਟੇਸ਼ਨ ਅਪ ਟੂ. ਕਾਰ ਪਾਰਕਿੰਗ ਚਾਰजेस ਦੱਸੇ ਹੋਏ ਨੇ, ਠੀਕ ਹੈ. 4 ਆਵਰਸ ਦੇ ਲਈ ਕਿੰਨਾ ਚਾਰਜ ਪੈ ਰਿਹਾ? ₹60. 8 ਆਵਰਸ ਲਈ 100, 12 ਆਵਰਸ ਲਈ 140 ਐਂਡ 24 ਆਵਰਸ ਲਈ 180. ਦੈਨ ਇਹਨਾਂ ਨੇ ਕਿਹਾ ਚੈੱਕ ਇਫ ਦੀ ਪਾਰਕਿੰਗ ਚਾਰजेस ਆਰ ਇਨ ਡਾਇਰੈਕਟ ਪ੍ਰੋਪੋਰਸ਼ਨ ਟੂ ਦੀ ਪਾਰਕਿੰਗ ਟਾਈਮ. ਕਹਿੰਦੇ ਕਿ ਚਾਰजेस ਜੋ ਹੈਗੇ ਨੇ ਉਹ ਡਾਇਰੈਕਟਲੀ ਪ੍ਰੋਪੋਰਸ਼ਨ ਹੈਗੇ ਆ ਪਾਰਕਿੰਗ ਟਾਈਮ ਦੇ ਜਾਂ ਨਹੀਂ. ਸੋ ਆਪਾਂ ਇਹ ਚੈੱਕ ਕਰਨਾ ਆ. ਦੇਖੋ ਫਸਟ ਸਮ ਚ ਕੀ ਦਿੱਤਾ ਹੋਇਆ ਆਪਾਂ ਨੂੰ? ਪਾਰਕਿੰਗ ਚਾਰजेस ਦਿੱਤੇ ਹੋਏ ਸੀ. ਇਹਨਾਂ ਨੇ ਪੁੱਛਿਆ ਸੀ ਕਿ ਡਾਇਰੈਕਟ ਪ੍ਰੋਪੋਰਸ਼ਨ ਚ ਹੈਗੇ ਆ ਜਾਂ ਨਹੀਂ. ਸੋ ਆਪਾਂ ਪਹਿਲਾ ਵਾਲਾ ਪਾਰਕਿੰਗ ਚਾਰਜ ਰੱਖਦੇ ਹਾਂ. ਪਾਰਕਿੰਗ ਚਾਰजेस 4 ਆਵਰਸ ਕਿੰਨੇ ਸੀਗੇ? ₹60, ਠੀਕ ਹੈ. ਦੈਨ ਇਹਨਾਂ ਦੀ ਰੇਸ਼ੋ ਜੋ ਆਪਾਂ ਡਾਇਰੈਕਟਲੀ ਪ੍ਰੋਪੋਰਸ਼ਨ ਦੀ ਕੱਢ ਕੇ ਹਟੇ ਆ ਕਿੰਨੀ ਆਈ ਆ? 60 ਡਿਵਾਈਡ ਬਾय 4 ਵਿਦ ਰਿਸਪੈਕਟ ਟੂ ਟਾਈਮ ਆਪਾਂ ਦੇਖੀ ਰੇਸ਼ੋ ਇਜ਼ ਇਕੁਅਲਸ ਟੂ ਕਿੰਨਾ ਆ ਗਿਆ? 4 1s are 4 and 4 15s is 16, 15/1. ਪਹਿਲੀ ਰੇਸ਼ੋ ਤਾਂ ਇਹੀ ਆ ਗਈ. ਦੈਨ ਸੈਕਿੰਡ ਆਪਾਂ ਦੇਖਦੇ ਆ ਪਾਰਕਿੰਗ ਚਾਰजेस ਫॉर 8 ਆਵਰਸ. 8 ਆਵਰਸ ਦੇ ਲਈ ਕਿੰਨੀ ਸੀਗੀ ਆਪਣੀ? ₹100. ਸੋ ਇਹਦੀ ਕਿੰਨੀ ਰੇਸ਼ੋ ਆਈ? 100/8 which is equals to 25/2. ਸੋ ਆਪਣੀ ਰੇਸ਼ੋ ਜੋ ਹੈ ਵੈਲਿਊ ਸੇਮ ਨਹੀਂ ਆ ਰਹੀ. ਆਪਾਂ ਤਾਂ ਕੀਤਾ ਸੀ x by y is equals to constant ਹੋਣਾ ਚਾਹੀਦਾ, ਬਟ ਇਹ ਸੇਮ ਨਹੀਂ ਹੈ. That means therefore parking charges are not in ਡਾਇਰੈਕਟ ਪ੍ਰੋਪੋਰਸ਼ਨ. ਇਹੀ ਪੁੱਛਿਆ ਸੀ ਇਹਨਾਂ ਨੇ ਕਿ ਡਾਇਰੈਕਟ ਪ੍ਰੋਪੋਰਸ਼ਨ ਦੇ ਵਿੱਚ ਹੈ ਜਾਂ ਨਹੀਂ ਹੈਗੇ. ਕਾਂਸਟੈਂਟ ਵੈਲਿਊ ਸੇਮ ਨਹੀਂ ਆ ਰਹੀ. ਡੈਟ ਮੀਨਸ ਇਹ ਡਾਇਰੈਕਟ ਪ੍ਰੋਪੋਰਸ਼ਨ ਦੇ ਵਿੱਚ ਨਹੀਂ ਹੈ ਵਿਦ ਪਾਰਕਿੰਗ ਟਾਈਮ. ਕਲੀਅਰ ਹੈ ਰਾਜੇ? ਹੁਣ ਸੈਕਿੰਡ ਸਮ ਦੇਖਦੇ ਹਾਂ. ਸੈਕਿੰਡ ਸਮ ਚ ਦੇਖੋ ਕੀ ਕਿਹਾ? ਅ ਮਿਕਸਚਰ ਆਫ ਪੇਂਟ ਇਜ਼ ਪ੍ਰੀਪੇਅਰਡ ਬਾय ਮਿਕਸਿੰਗ 1 ਪਾਰਟ ਆਫ ਰੈਡ ਪਿਗਮੈਂਟ ਵਿਦ 8 ਪਾਰਟਸ ਆਫ ਬੇਸ. ਮਿਕਸਚਰ ਪ੍ਰੀਪੇਅਰ ਕੀਤਾ ਹੋਇਆ ਕਿਵੇਂ? 1 ਪਾਰਟ ਕਿਹਦਾ ਸੀ? ਰੈਡ ਪਿਗਮੈਂਟ ਦਾ. ਪਾਰਟਸ ਆਫ ਬੇਸ ਦਿੱਤੇ ਹੈ 8. ਇਨ ਦੀ ਫੋਲੋਇੰਗ ਟੇਬਲ ਫਾਈਂਡ ਦੀ ਪਾਰਟਸ ਆਫ ਬੇਸ ਦੈਟ ਨੀਡ ਟੂ ਬੀ ਐਡਿਡ. ਬਾਕੀਆਂ ਦੇ ਆਪਾਂ ਫਾਈਂਡ ਕਰਨੇ ਆ ਇਹਦੇ ਵਿੱਚ. ਸੋ ਇਹਨੂੰ ਦੇਖਦੇ ਆ ਕਿਵੇਂ ਫਾਈਂਡ ਕਰਾਂਗੇ.
ਦੇਖੋ ਇਹ ਟੇਬਲ ਆਪਾਂ ਨੂੰ ਗਿਵਨ ਸੀਗਾ, ਸੋ ਇਹਦੇ ਵਿੱਚ ਆਪਾਂ ਨੂੰ ਰੇਸ਼ੋ ਕੀ ਦਿੱਤੀ ਹੋਈ ਸੀ 1 ਪਾਰਟਸ ਆਫ ਰੈਡ ਪਿਗਮੈਂਟ ਬਾय ਪਾਰਟ ਆਫ ਬੇਸ ਕਿੰਨਾ ਸੀ 8। ਸੋ ਆਪਾਂ ਲਿਖਾਂਗੇ here the ratio of red pigment to the parts of base, red pigment to the part of base ਕਿੰਨਾ ਸੀ 1/8। ਸੋ ਆਪਾਂ ਡਾਇਰੈਕਟਲੀ ਪ੍ਰੋਪੋਰਸ਼ਨ ਦੇ ਵਿੱਚ ਕੀ ਪੜਿਆ ਕਿ ਜਿਹੜੀ x/y ਦੀ ਵੈਲਿਊ ਆ ਇਜ਼ ਇਕੁਅਲਸ ਟੂ k, ਦੈਟ ਮੀਨਸ ਸਾਰਿਆਂ ਦੀਆਂ ਵੈਲਿਊਜ਼ ਕਾਂਸਟੈਂਟ ਸੇਮ ਹੋਣੀਆਂ ਚਾਹੀਦੀਆਂ ਨੇ। ਸੋ ਆਪਾਂ ਕੀ ਕਰਨਾ, ਇਹਨਾਂ ਨੇ ਕਿਹਾ ਸੀ ਕਿ ਬਾਕੀ ਦੀਆਂ ਵੈਲਿਊਜ਼ ਫਾਈਂਡ ਕਰਨੀਆਂ ਨੇ, ਆਪਣੇ ਕੋਲ ਪ੍ਰੋਪੋਰਸ਼ਨ ਆ ਗਈ 1/8। ਸੋ ਇਹਨੂੰ ਆਪਾਂ ਦੇਖਦੇ ਹਾਂ ਹੁਣ ਬਾਕੀਆਂ ਲਈ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ। ਦ ਰੇਸ਼ੋ should be same for each part, that is हर एक पार्ट ਲਈ ਇਹਨਾਂ ਨੇ ਕਿਹਾ ਕਿ ਰੇਸ਼ੋ ਸੇਮ ਹੋਣੀ ਚਾਹੀਦੀ ਹੈ, that means 1/8 1/8 1/8 ਹੀ ਆਣਾ ਚਾਹੀਦਾ। ਤਾਂ ਆਪਾਂ 4 ਨੂੰ ਕਿਹਦੇ ਨਾਲ ਡਿਵਾਈਡ ਕਰੀਏ, ਲੈਟ ਕਰ ਲੈਨੇ ਆ x ਉਹ ਨੰਬਰ ਜਿੰਨਾ ਡਿਵਾਈਡ ਕਰਾਂਗੇ ਤੇ ਆਪਣੀ ਰੇਸ਼ੋ ਕਿੰਨੀ ਆਊਗੀ 1/8। ਸੋ x ਦੀ ਵੈਲਿਊ ਕਿੰਨੀ ਆ ਗਈ 4 into 8 is equals to x। ਸੋ ਆਪਣੇ ਕੋ ਕਿੰਨੀ ਹੋਣੀ ਚਾਹੀਦੀ x is equals to 32। ਸੋ ਇਸ ਦੇ ਵਿੱਚ ਆਪਣੀ ਸੈਕੰਡ ਪ੍ਰੋਪੋਰਸ਼ਨ ਸੈਕੰਡ ਰੇਸ਼ੋ ਕੀ ਆ ਗਈ ਆਪਣੀ, that is 4/32 और 1/8। सेकंड भी अपनी सेम आ गई 1/8 4 ਦੇ ਲਈ ਆ ਗਈ, ਠੀਕ ਹੈ। ਸੇਮ ਆਪਾਂ ਬਾਕੀ ਦੀਆਂ ਵੀ ਫਾਈਂਡ ਕਰ ਲਾਂਗੇ। ਹੁਣ ਥਰਡ ਦੇ ਲਈ ਕੀ ਹੋ ਜਾਊਗਾ ਆਪਣਾ 7 ਸੀ, 7 ਨੂੰ ਕਿੰਨੇ ਨਾਲ ਡਿਵਾਈਡ ਕਰੀਏ ਕਿ ਆਪਣੀ ਰੇਸ਼ੋ 1/8 ਹੋਵੇ, that is 56 which is equals to 1/8। ਥਰਡ ਦੇ ਲਈ ਦੇਖੀਏ ਤਾਂ ਥਰਡ ਕਿੰਨਾ ਹੈਗਾ 12 ਨੂੰ ਕਿੰਨੇ ਨਾਲ ਡਿਵਾਈਡ ਕਰੀਏ ਕਿ ਰੇਸ਼ੋ ਆਪਣੀ 1/8 ਆਵੇ, that is 96 which is 1/8। and same for the last, that is 20 किन्ने ना डिवाइड करिए कि 8 आ जाए 160 which is equals to 1/8। सेम आ गई अपनी कांस्टेंट वैल्यू x/y is equals to k जो अपन लेट किया सी, सेम आ गई 1/8 1/8 1/8 and same for all। so this is your second sum। ਅੱਗੇ ਦੇਖੋ ਥਰਡ ਸਮ ਚ ਕੀ ਕਿਹਾ ਇਹਨਾਂ ਨੇ, in question second above, second question ਨੂੰ ਹੀ ਲੈ ਕੇ ਇਹਨਾਂ ਨੇ ਕਿਹਾ if one part of red pigment requires 75 ml of base। ਹੁਣ ਇਹਨਾਂ ਨੇ ਪਾਰਟ ਇੱਥੇ ਦਾ ਦਿੱਤੇ ਸੀ ਪਾਰਟਸ, ਬਟ ਇੱਥੇ ਇਹਨਾਂ ਨੇ ਵੈਲਿਊ ਦਿੱਤੀ ਕਿ 75 ml ਅਗਰ ਬੇਸ ਹੈਗਾ ਤਾਂ ਹਾਊ ਮਚ ਰੈਡ ਪਿਗਮੈਂਟ ਸ਼ੁੱਡ ਵੀ ਮਿਕਸ ਵਿਦ 1800, that means 1800 ml of base। ਕਹਿੰਦੇ ਅਗਰ one part ਜਿਹੜਾ 75 ml ਰਿਕੁਆਇਰ ਕਰਦਾ ਤਾਂ ਬਾਕੀ ਦੇ ਜਿਹੜੇ ਹੈਗੇ ਰੈਡ ਪਿਗਮੈਂਟ ਕਿੰਨੇ ਅਗਰ ਰਿਕੁਆਇਰ ਕਰਦਾ 1800 ml of base ਦੇ ਲਈ। ਹੁਣ ਇਹਨੂੰ ਸੋਲਵ ਕਰਦੇ ਆ, ਕੀ ਲਿਖਾਂਗੇ ਸਭ ਤੋਂ ਪਹਿਲਾਂ ਆਪਣੇ ਕੋਲ ਰੇਸ਼ੋ ਦਿੱਤੀ ਹੋਈ ਸੀ, the ratio of red pigment to the parts of base कितनी सी अपनी 1/8। so if ਹੁਣ ਇਹਨਾਂ ਨੇ ਕੀ ਦਿੱਤਾ ਸੀ one part of red pigment ਕਿੰਨਾ ਰਿਕੁਆਇਰ ਕਰਦਾ ਸੀ 75 ml of base, ठीक है। देन अगे की इन्होंने पूछा सीगा कि 1800 ਦੇ ਲਈ ਕਿੰਨਾ ਹੋਊਗਾ, ਸੋ ਆਪਾਂ ਲਿਖਾਂਗੇ 75 ml of base is sufficient for one part of red pigment, that means ਇਹਨੂੰ ਆਪਾਂ ਲਿਖ ਸਕਦੇ 1/75 ਪਾਰਟ ਆਫ ਰੈਡ ਪਿਗਮੈਂਟ ਕਿ ਇੱਕ ਪਾਰਟ ਦੇ ਲਈ ਕਿੰਨਾ ਰਿਕੁਆਇਰ ਹੈਗਾ 75 ml। ਸੋ 1/75 ਪਾਰਟ ਆਫ ਰੈਡ ਪਿਗਮੈਂਟ, ਦੈਨ 1800 ml ਦੇ ਲਈ ਆਪਾਂ ਨੂੰ ਫਾਈਂਡ ਕਰਨ ਲਈ ਕਿਹਾ ਸੀ 1800 ml ਦੇ ਲਈ ਕਿੰਨਾ ਆ ਜਾਊਗਾ 1/75 into 1800 ਪਾਰਟ ਆਫ ਰੈਡ ਪਿਗਮੈਂਟ। वन पार्ट ਦੇ ਲਈ ਦੇਖੋ ਬੱਚੇ 75 ml ਕਿਹਾ ਸੀ ਤਾਂ 1800 ਦੇ ਲਈ ਕਿੰਨਾ ਹੋਊਗਾ 1/75 into 1800 which is equals to 24 parts, that means ਇੱਕ ਪਾਰਟ ਦੇ ਲਈ ਅਗਰ 75 ml ਚਾਹੀਦਾ ਸੀ ਤਾਂ 1800 ml ਦੇ ਲਈ ਕਿੰਨੇ ਪਾਰਟ ਰਿਕੁਆਇਰਡ ਨੇ 24 parts। फोर्थ सम ਦੇ ਵਿੱਚ ਦੇਖੋ ਕੀ ਕਿਹਾ, a machine in a soft drink factory fills 840 bottles in 6 hours।
6 hours ਦੇ ਵਿੱਚ ਕਿੰਨੀਆਂ bottles fill ਕਰ ਰਹੀ ਆ 840 bottles. How many bottles will it fill in 5 hours? 6 hours ਦੇ ਵਿੱਚ ਅਗਰ 840 ਕਰ ਰਹੀ ਆ ਤਾਂ 5 hours ਦੇ ਵਿੱਚ ਕਿੰਨੀ fill ਕਰੂ? ਹੁਣ ਆਪਾਂ ਇਹ ਦੇਖਦੇ ਆ. Number of bottles filled in 6 hours. ਕਿੰਨਾ ਸੀ 840 bottles fill ਕਰ ਰਿਹਾ ਸੀ. So number of bottles filled in 6 hours ਦੇ ਵਿੱਚ ਅਗਰ 840 ਸੀ ਤਾਂ 1 hours ਦੇ ਵਿੱਚ ਕਿੰਨੀਆਂ ਹੋਣਗੀਆਂ 840 divide by 6. So find ਕਰਨ ਲਈ ਕੀ ਕਿਹਾ ਸੀਗਾ number of bottles filled in 5 hours ਦਾ find ਕਰਨ ਲਈ ਕਿਹਾ ਸੀ. ਸੋ ਆਪਾਂ ਕੀ ਲਿਖਾਂਗੇ 840 divide by 6 into 5. So after calculating this ਇਹਦਾ ਆਨਸਰ ਕੀ ਆ ਰਿਹਾ 700 bottles. That means ਆਪਾਂ ਨੂੰ ਕੀ ਦਿੱਤਾ ਸੀ ਕਿ 6 hours ਦੇ ਵਿੱਚ 840 bottles ਅਗਰ fill ਕਰ ਰਿਹਾ ਤਾਂ 5 hours ਚ ਕਿੰਨਾ ਕਰੂਗਾ 840 divide by 6 into 5. That is 700 bottles. ਅੱਗੇ ਦੇਖੋ 5th sum ਚ ਕੀ ਕਿਹਾ A photograph of a bacteria enlarged 50,000 times attains a length ਦਿੱਤੀ ਹੋਈ ਆ 5 centimeter as shown in the figure. What is the actual length of the bacteria? ਹੁਣ ਇਹਨਾਂ ਨੇ ਕੀ ਕਿਹਾ photograph of bacteria enlarged 50,000 times attains length ਦਿੱਤੀ ਹੋਈ 5 centimeter diagram ਦੇ ਵਿੱਚ but actual length ਇਹਨਾਂ ਨੇ ਪੁੱਛੀ ਆ bacteria ਦੀ ਕਿੰਨੀ ਹੁੰਦੀ ਆ. If the photograph is enlarged ਅਗਰ photograph ਨੂੰ enlarge ਕੀਤਾ ਜਾਵੇ 20,000 times only 50,000 ਦੀ ਜਗ੍ਹਾ ਤੇ 20,000 times ਕੀਤਾ ਜਾਵੇ then what would be the its enlarged length? ਤਾਂ ਉਹਦੀ ਲੈਂਥ ਕਿੰਨੀ ਹੋਊਗੀ ਅਗਰ 50,000 ਕੀਤਾ ਜਾਂਦਾ ਤਾਂ 5 ਸੈਂਟੀਮੀਟਰ ਆ ਬਟ ਅਗਰ 20,000 ਟਾਈਮਸ ਐਨਲਾਰਜ ਕੀਤਾ ਜਾਂਦਾ ਤਾਂ ਕਿੰਨੀ ਲੈਂਥ ਹੋਊਗੀ ਉਹ ਆਪਾਂ ਕੈਲਕੂਲੇਟ ਕਰਨੀ ਹੈ. ਹੁਣ ਇਹਦੇ 'ਚ ਦੇਖੋ ਆਪਾਂ ਕੀ ਲਿਖਾਂਗੇ ਲੈਂਥ ਦਿੱਤੀ ਹੋਈ ਆਪਾਂ ਨੂੰ ਬੈਕਟੀਰੀਆ ਦੀ length of bacteria when enlarged 50,000 times कितनी देती हुई सी लेंथ 5 सेंटीमीटर. ठीक है सेम द लेंथ ऑफ बैक्टीरिया when enlarged 50,000 की जगह ते अगर आप 1 टाइम करिए तो कितना हो जाएगा 5 by 50,000 सेंटीमीटर for 1 time then which is equals to 1 by 10,000 centimeter. Which is also known as 1 over 10 raised to power 4 centimeter. ਹੁਣ ਪਾਵਰ 4 ਕਿਵੇਂ ਆ ਗਈ ਕਿੰਨੀਆਂ ਜ਼ੀਰੋ ਸੀ 1 2 3 4 ਸੋ ਆਪਾਂ ਲਿਖ ਸਕਦੇ 10 ਦੀ ਪਾਵਰ 4 ਹੋਊਗੀ that means 10 ਨੂੰ ਆਪਾਂ 4 ਟਾਈਮ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ 10,000 ਆਂਦਾ ਆ. ਸੋ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਆ. ਹੁਣ ਨੀਚੇ ਕੀ ਸੀ ਪਾਵਰ ਆਪਣੀ ਪੋਜ਼ਿਟਿਵ ਚ ਸੀ ਤਾਂ ਉੱਪਰ ਜਾ ਕੇ ਕੀ ਹੋ ਜਾਂਦੀ ਆ ਨੈਗੇਟਿਵ that is 10 raised to power -4 ਸੈਂਟੀਮੀਟਰ. ਹੁਣ ਇਹਦੇ ਵਿੱਚ ਕੀ ਸੀ ਰਾਜੇ ਦੇਖੋ ਆਪਣੇ ਕੋ ਦਿੱਤਾ ਹੋਇਆ ਸੀਗਾ x by y raised to power 2 then ਇਹਦਾ ਕੀ ਹੁੰਦਾ ਪੋਜ਼ਿਟਿਵ ਦੇ ਵਿੱਚ ਅਗਰ ਸਾਈਨ ਹੈ ਤਾਂ ਹਮੇਸ਼ਾ ਜਦੋਂ ਉੱਪਰ ਜਾਂਦਾ ਤਾਂ ਉਹ ਕੀ ਹੋ ਜਾਂਦਾ ਨੈਗੇਟਿਵ ਪਲੱਸ ਦਾ 2 ਉੱਪਰ ਜਾ ਕੇ ਕੀ ਹੋ ਜੂ ਨੈਗੇਟਿਵ ਵਿਚ ਇਜ਼ -2. ਹੁਣ ਅੱਗੇ ਦੇਖੋ ਲੈਂਥ ਇਹਨਾਂ ਨੇ ਫਾਈਂਡ ਕਰਨ ਨੂੰ ਕੀ ਕਿਹਾ ਸੀ ਲੈਂਥ ਆਫ ਬੈਕਟੀਰੀਆ when it is enlarged 1 time कितना होगा 1 over 10,000 सेंटीमीटर आया सी अपना. ठीक है सो हम 50,000 टाइम लिए ਆਪਾਂ ਨੂੰ 5 सेंटीमीटर ਦਿੱਤਾ ਸੀ ਜੋ ਕੈਲਕੂਲੇਟ ਕਰਕੇ ਆਪਣਾ ਇੰਨਾ ਆ ਗਿਆ. ਦੈਨ ਹੁਣ 20,000 ਦੇ ਲਈ ਆਪਾਂ ਫਾਈਂਡ ਕਰਾਂਗੇ that means length of bacteria when it is enlarged ਕਿੰਨੇ ਲਈ ਫਾਈਂਡ ਕਰਨ ਲਈ ਕਿਹਾ ਸੀ 20,000 ਟਾਈਮਸ ਲਈ. ਦੈਨ ਇਹਨੂੰ ਅਗਰ ਆਪਾਂ ਕੈਲਕੂਲੇਟ ਕਰਦੇ ਤਾਂ ਕੀ ਹੋ 1 over 10,000 into 20,000. ਸੋ ਆਫਟਰ ਕੈਲਕੂਲੇਟਿੰਗ ਦਿਸ ਆਪਣਾ ਕਿੰਨਾ ਆ ਗਿਆ 2 ਸੈਂਟੀਮੀਟਰ. 50,000 ਦੇ ਲਈ ਆਪਾਂ ਨੂੰ 5 ਟਾਈਮ ਦਿੱਤਾ ਸੀ ਜਿਹਨੂੰ ਆਪਾਂ ਕੈਲਕੂਲੇਟ ਕਰ ਲਿਆ which is 1 over
10,000, then 20,000 ਲਈ ਕਿੰਨਾ ਹੋਊਗਾ 1/10,000 multiplied by 20,000 which is equals to 2 centimeter length। ਅੱਗੇ 6 ਸਮ ਦੇ ਵਿੱਚ ਦੇਖੋ ਰਾਜੇ ਕੀ ਕੀ ਹੋਇਆ। In a model of a ship the mast is 9 centimeter high। ਕਿੰਨਾ ਦਿੱਤਾ ਹੈ 9 centimeter high ਦਿੱਤਾ ਹੋਇਆ। while the mast of the actual ship is actual ਦੇ ਵਿੱਚ ਕਿੰਨਾ ਹੈਗਾ 12 centimeter high। if the length of the ship is 28 centimeter, ਹੁਣ ਇਹਦੇ ਵਿੱਚ ਕੀ ਦਿੱਤੀ ਲੈਂਥ ਦੇਤੀ ਸ਼ਿਪ ਦੀ 28 centimeter, how long is the model ship। ਦੇਖੋ ਹੁਣ ਇਹਦੇ ਵਿੱਚ ਇਹਨਾਂ ਨੇ ਫਾਈਂਡ ਕਰਨ ਲਈ ਕਿਹਾ ਲੈਂਥ ਫਾਈਂਡ ਕਰਨ ਲਈ ਕਿਹਾ ਮਾਡਲ ਸ਼ਿਪ ਦੀ। ਦੇਖੋ ਰਾਜੇ ਇਹਦੇ ਵਿੱਚ ਐਕਚੁਅਲ ਹਾਈਟ ਆਫ ਮਸਟ ਕਿੰਨੀ ਦਿੱਤੀ ਹੋਈ ਸੀ ਐਕਚੁਅਲ ਹਾਈਟ ਆਪਾਂ ਨੂੰ 12 ਮੀਟਰ which is ਮੀਟਰ ਨੂੰ ਸੈਂਟੀਮੀਟਰ ਚ ਕਨਵਰਟ ਕਰਾਂਗੇ ਤਾਂ ਕੀ ਆ ਜਾਊ 1200 ਸੈਂਟੀਮੀਟਰ। 1 meter is equals to 100 of centimeter, so 12 into 100 is 1200 centimeter। so height ਦਿੱਤੀ ਹੋਈ ਸੀ ਆਪਾਂ ਨੂੰ height of mast in the model is equals to ਕਿੰਨੀ ਦਿੱਤੀ ਹੋਈ ਹੈ 9 centimeter। so ratio ਕਿੰਨੀ ਆ ਜਾਊ ਆਪਣੀ ਇਹਦੀ 1200 जो actual height C divided by the height of mast that is 9 centimeter। so after calculating this कितना गया 3 3s are 9 and 4s 12 400 by 3 ratio अपनी कितनी आ गई 400 by 3। then actual length of the ship कितनी देती हुई जी अपन 28 मीटर। सो इन्हों भी मीटर टू सेंटीमीटर च पहला कन्वर्ट कर लिया विच इज 2800 सेंटीमीटर। सो लेट करते हैं हुण let the length of the ship in the model यही फाइंड करन ਲਈ ਕਿਹਾ ਜੋ ਆਪਾਂ ਨੂੰ ਫਾਈਂਡ ਕਰਨ ਲਈ ਕਿਹਾ ਉਹਨੂੰ ਆਪਾਂ ਕੀ ਲੈਟ ਕਰ ਲੈਣੇ ਆ x ਸੈਂਟੀਮੀਟਰ। ਸੋ ਹੁਣ ਇਹਦੀ ਵੀ ਆਪਾਂ ਰੇਸ਼ੋ ਕੈਲਕੂਲੇਟ ਕਰ ਲੈਣੇ ਆ ਰੇਸ਼ੋ of length must be कितनी आजू रेशो होने दी 400 by 3 कितनी आई सी अपनी रेशो 400 by 3 ਇਹਦੀ कितनी आ जाऊगी 2800 by x। सो दोनों रेशोज ਨੂੰ ਆਪਾਂ ਕੀ ਕਰਾਂਗੇ ਇਕੁਅਲ ਰੱਖ ਲਾਂਗੇ for finding the value of x which is length of the ship of the model। ਸੋ ਇਹਦੇ ਵਿੱਚ ਕੀ ਕੀਤਾ ਆਪਾਂ ਐਕਚੁਅਲ ਹਾਈਟ ਆਪਾਂ ਨੂੰ ਦਿੱਤੀ ਹੋਈ ਸੀ ਠੀਕ ਹੈ ਦੈਨ ਉਹਨੂੰ ਹਾਈਟ ਆਫ ਮਾਡਲ ਦੇ ਨਾਲ ਆਪਾਂ ਡਿਵਾਈਡ ਕੀਤਾ। then actual length of the ship ਕਿੰਨੀ ਆ ਗਈ 2800 length ਆਪਾਂ ਫਾਈਂਡ ਕਰਨੀ ਸੀ ਮਾਡਲ ਦੀ ਸੋ ਡਿਵਾਈਡ ਬਾਈ x। ਸੋ ਦੋਨਾਂ ਦੀ ਰੇਸ਼ੀਓਸ ਨੂੰ ਆਪਾਂ ਆਪਸ ਵਿੱਚ ਇਕੁਅਲ ਰੱਖ ਲਿਆ ਕ੍ਰਾਸ ਮਲਟੀਪਲੀਕੇਸ਼ਨ ਹੋਊਗੀ ਦੈਨ ਆਪਣੇ ਕੋਲ ਇਹਦੇ ਤੋਂ x ਦੀ ਵੈਲਿਊ ਫਾਈਂਡ ਹੋ ਜੂ और x is equals to 2800 multiply by 3 divide by 400। so after calculating this कितना आ गया which is equals to 21 centimeter that is the length of the ship in the model।